तो डेली ਤੁਸੀਂ ਕਬਰਸਤਾਨ ਆਉਂਦੇ ਹੋ, ਇੱਥੇ ਆ ਕੇ ਹੱਥ ਵਗੈਰਾ ਮਾਰਦੇ ਹੋ, ਇਹਨੂੰ ਰੋਂਦੇ ਹੋ, ਕੀ ਵਜ੍ਹਾ ਬਣੀ? ਉਹ ਪੰਜ ਇਹਨਾਂ ਮੇਰੇ ਕੋਲ ਪੈਸੇ ਲਏ ਸੀ। ਹੂੰ ਉਹ ਜਗ੍ਹਾ ਇਹਨਾਂ ਕਿਹਾ ਸੀ ਕੋਈ 2.5 ਮਰਲੇ ਜਗ੍ਹਾ ਹੈਗੀ ਤੇ ਤੁਹਾਨੂੰ ਮੈਂ ਦੇ ਦੇਣਾ ਵਾ। ਆਪ ਫੌਤ ਹੋ ਗਿਆ। ਮੈਂ ਉਹਨਾਂ ਦੇ ਵਾਰਸਾਂ ਕੋਲ ਗਿਆ ਵੀ ਮੈਂ ਜਿੰਜ ਪੈਸੇ ਦਿੱਤੇ ਨੇ ਉਹਨਾਂ ਨੂੰ 30 ਲੱਖ ਰੁਪਇਆ ਦਿੱਤਾ ਹੈ ਮੈਂ ਇਕੱਠਾ ਕਰਕੇ। ਕੋ ਕਿਸੇ ਪਾਸੇ ਨਹੀਂ ਲੱਗਦੇ। ਮੈਂ ਇਹਦੀ ਕਬਰ ਤੇ ਆ ਕੇ ਰੋਣਾ ਵੀ ਦੱਸ मैं केड़े पासे जाऊँ, मेरे निके निके बच्चे ने। नाज़रीन, ये जो शख्स मेरे पीछे आप देख रहे हैं, ये डेली यहाँ पे आता है और यहाँ पे फरियाद करता है कब्र के ऊपर आके। लोगों ने हमें बताया कि डेली ये शख्स आता है और रोता है यहाँ पे आके, अपनी फरियाद करता है, लेकिन बताता कुछ नहीं। इसके पास चलते हैं और सारा माजरा जानते हैं कि डेली बेसिस पे आप आते हैं यहाँ पे और यहाँ पे आके क्या करते हैं। डेली तुसी पता लगा सानू कि तो डेली तुसी कब्रस्तान आंदे हो, इत्थे आके हत्थ वगैरह मारदे हो, इनू रोंदे हो, की वजह बनी है, की हो गया है? ਉਹ ਪੰਜ ਇਹਨਾਂ ਮੇਰੇ ਕੋਲ ਪੈਸੇ ਲਏ ਸੀ। ਉਹ ਜਗ੍ਹਾ ਇਹਨਾਂ ਕਿਹਾ ਸੀ ਕੋਈ 2.5 ਮਰਲੇ ਜਗ੍ਹਾ ਹੈਗੀ ਤੇ ਤੁਹਾਨੂੰ ਮੈਂ ਦੇ ਦੇਣਾ ਵਾ। ਪੁਲਿਸ 'ਚ ਹੈਗਾ ਸੀ ਇਹ ਤੇ ਬੰਦਾ ਵੀ ਹਮੇ ਦਾ ਵੀ ਆਲਾ ਸੀ, ਸਹਿੰਦਾ ਸੀ ਬੰਦਾ। ਤੇ ਪੈਸੇ ਇਹਨੂੰ ਮੈਂ ਦਿੱਤੇ ਨੇ ਮੈਂ ਤੇ ਇਹਨੇ ਜਗ੍ਹਾ ਦਾ ਮੈਨੂੰ ਕਿਹਾ ਸੀ। ਆਪ ਫੌਤ ਹੋ ਗਿਆ। ਪੈਸੇ ਮੇਰੇ ਕੋਲ ਥੋੜੇ ਥੋੜੇ ਕਰਕੇ ਲਈ ਗਿਆ। ਜਿਵੇਂ ਮੇਰੇ ਕੋਲ ਕਮੇਟੀਆਂ ਕਪੂਟੀਆਂ ਪਾਈਆਂ ਇਕੱਠੀਆਂ ਕਰਕੇ ਮੈਂ ਦੇ ਗਿਆ। अच्छा ਵੀ ਮੈਂ ਜਦੋਂ ਇਕੱਠੇ ਹੋ ਜਾਣਗੇ ਮੈਨੂੰ ਤੇ ਉਦੋਂ ਫਿਰ ਤੂੰ ਮੈਨੂੰ ਨਾ ਜਗ੍ਹਾ ਦੇ ਮੇਰੇ ਨਾਂ ਕਰ ਦੇ। अच्छा ਤੇ ਮੈਂ ਕਮੇਟੀਆਂ ਪੂਟੀਆਂ ਦਿੱਤੀਆਂ, ਕੋਈ ਮੈਂ ਇਕੱਠੇ ਕੀਤੇ, ਕੋਈ ਬੱਚਿਆਂ ਦਾ ਜ਼ੇਵਰ ਹੈਗਾ ਸੀ ਬੱਚਿਆਂ ਦਾ ਉਹ ਵੇਚਿਆ, ਇਹਨੂੰ ਮੈਂ ਕਰਕੇ ਦਿੱਤਾ। ਤੇ ਉਧਰੋਂ ਪੈਸੇ ਪੂਰੇ ਨਾ ਹੋਣ ਵਾਲੇ ਹੋਏ ਨੇ। ਇਹਨੇ ਕਈ ਲੱਖ ਰੁਪਈਆ ਰਜਿਸਟਰੀ ਤੇ ਵੀ ਲੱਗਣਾ। ਲੱਖ ਰੁਪਈਆ ਕਰਕੇ ਦਿੱਤਾ। ਰਜਿਸਟਰੀ ਦਾ ਟਾਈਮ ਆਇਆ ਤੇ ਆਪ ਫੌਤ ਹੋ ਗਿਆ। ਹੁਣ ਉਹ ਫੌਤ ਹੋ ਗਿਆ ਤੇ ਮੈਂ ਉਹਨਾਂ ਦੇ ਵਾਰਸਾਂ ਕੋਲ ਗਿਆ ਵੀ ਮੈਂ ਜਿੰਜ ਪੈਸੇ ਦਿੱਤੇ ਨੇ ਉਹਨਾਂ ਨੂੰ 30 ਲੱਖ ਰੁਪਈਆ ਦਿੱਤਾ ਮੈਂ ਇਕੱਠਾ ਕਰਕੇ। ਤੇ ਉਹਨੇ ਕਿਹਾ ਵੀ ਆ ਜਗ੍ਹਾ ਤੁਹਾਨੂੰ ਦੇ ਦਿਆਂਗਾ ਮੈਂ। ਤੇ ਉਹ ਜਗ੍ਹਾ ਉਹ ਕੋ ਕਿਸੇ ਪਾਸੇ ਨਹੀਂ ਲੱਗਦੇ। ਮੈਂ ਇਹਦੀ ਕਬਰ ਤੇ ਆ ਕੇ ਰੋਣਾ ਵੀ ਦੱਸ ਮੈਂ ਕਿਹੜੇ ਪਾਸੇ ਜਾਵਾਂ। ਮੇਰੇ ਨਿੱਕੇ ਨਿੱਕੇ ਬੱਚੇ ਨੇ, ਮੇਰੇ ਬੱਚੇ ਵੀ ਰੋਲ ਗਏ ਤੇ ਮੈਂ ਵੀ ਰੋਲ ਗਿਆ। ਮੈਂ ਹੁਣ ਕੀ ਕਰਾਂ ਇਹਦਾ? ਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਜਾਵਾਂ, ਕੀ ਕਰਾਂ, ਮੈਂ ਕਿਹਦੇ ਕੋਲ ਮਦਦ ਮੰਗਾਂ। ਮੈਨੂੰ ਕੋਈ ਸਮਝ ਨਹੀਂ ਆਉਂਦੀ। ਮੇਰੀਆਂ ਬੱਚੀਆਂ ਅੱਗੇ ਜਵਾਨ ਹੋਈਆਂ ਪਈਆਂ। ਕਿੰਨੇ ਬੱਚੇ ਨੇ? 2 ਬੇਟੀਆਂ ਨੇ, 1 ਬੇਟਾ। ਮੇਰਾ ਬੇਟਾ ਛੋਟਾ ਹੈ, ਬੱਚੀਆਂ ਦੋਵੇਂ ਜਵਾਨ ਨੇ ਮੇਰੀਆਂ। ਉਹਨਾਂ ਦੀ ਮੈਂ ਸ਼ਾਦੀਆਂ ਕਰਨੀਆਂ ਨੇ ਅੱਗੋਂ ਹੁਣ ਮੇਰੇ ਕੋਲ ਕੋਈ ਹਿਸਾਬ ਨਹੀਂ ਲੱਗਣ ਦਿਆ। ਮੈਨੂੰ ਨਾ ਕੋਈ ਦੇਣ ਵਾਲਾ, ਨਾ ਕੋਈ ਮੇਰਾ ਭੈਣ ਭਰਾ। ਇਹਨਾਂ ਦੇ ਘਰ ਜਾਂਦੇ ਹੋ ਤੇ ਕੀ ਕਹਿੰਦੇ ਨੇ? ਇਹਦੇ ਘਰ ਵਾਲੇ ਜਾਂਦਾ ਤੇ ਉਹ ਧੱਕੇ ਮਾਰਦੇ ਮੈਨੂੰ। ਧੱਕੇ ਮਾਰਦੇ ਨੇ? ਕਿਉਂ? ਉਹ ਕਹਿੰਦੇ ਸਾਨੂੰ ਕਿੱਥੇ ਪ੍ਰੂਫ ਕੋਈ ਦੇ, ਸਾਨੂੰ ਕੀ ਦਿੱਤਾ ਜੀ ਉਹਨੂੰ। ਤੇ ਮੈਂ ਉਹਨਾਂ ਨੂੰ ਪ੍ਰੂਫ ਕਿੱਥੋਂ ਦਿਆਂ? ਮੈਂ ਤਾਂ ਕਿਹਾ ਵੀ ਐਡਾ ਅਮੀਰ ਆਦਮੀ ਹੈ, ਸਹਿੰਦਾ ਆਦਮੀ ਹੈ, ਤੇ ਇਹਦੇ ਕੋਲ ਮੈਂ ਕੀ ਮੰਗਣਾ? ਤੇ ਖੁਦਾ ਤਰਸ ਲੱਗਦਾ ਸੀ। ਪ੍ਰਾਪਰਟੀ ਦਾ ਕੰਮ ਸੀ ਕੋਈ ਇਹਨਾਂ ਦਾ? ਆ ਇਹੋ ਹੀ ਕਹਿੰਦਾ ਮੈਂ ਜਗ੍ਹਾ ਜੁਗਾ ਲੈ ਕੇ ਵੇਚਦਾ ਵਾ, ਛੱਡਣਾ ਵਾ, ਤੇ ਚੱਲ ਤੂੰ ਮਾੜਾ ਜੀ ਹੈ, ਚੱਲ ਤੇਰੀ ਮਦਦ ਹੋ ਜਾਏਗੀ ਤੇ ਤੂੰ ਥੋੜੇ ਥਾੜੇ ਕਰਕੇ ਮੈਨੂੰ ਦੇ। ਜਦੋਂ ਤੇਰੇ ਪੈਸੇ ਪੂਰੇ ਹੋ ਜਾਣਗੇ ਤੇ ਤੈਨੂੰ ਮੈਂ ਰਜਿਸਟਰੀ ਕਰ ਦਿਆਂਗਾ। ਉਹ ਮੈਂ ਜ਼ੇਵਰ ਵੇਚਿਆ, ਕੋਈ ਕਮੇਟੀਆਂ ਕਪੂਟੀਆਂ ਇਕੱਠੀਆਂ ਕੀਤੀਆਂ ਸੀ, ਉਹ ਕਰਕੇ ਮੈਨੂੰ ਪੈਸੇ ਦਿੱਤੇ ਨੇ। ਉਹ ਮੈਨੂੰ ਧੱਕੇ ਮਾਰਦੇ ਭਾਈ, ਉਹਨਾਂ ਦੇ ਬੱਚੇ ਮੈਨੂੰ ਧੱਕੇ ਮਾਰਦੇ ਆ। ਉਹ ਕਹਿੰਦੇ ਮਾਮਾ ਤੂੰ ਐਵੇਂ ਝੂਠ ਮਾਰੀ ਜਾਂਦੇ ਆ ਕੇ, ਤੂੰ ਤੇਰੇ ਕੋਲ ਇੰਨੇ ਬੜੇ ਪੈਸੇ ਕਿੱਥੋਂ ਆ ਗਏ ਗਰੀਬ ਆਦਮੀ ਨੂੰ। ਮੈਂ ਕਮੇਟੀਆਂ ਇਕੱਠੀਆਂ ਕੀਤੀਆਂ ਜੀ। ਮੈਂ ਆਪਣੀਆਂ ਧੀਆਂ ਦੇ ਬਾਰੇ ਸੋਚਿਆ ਸੀ। ਮੈਂ ਕਿਹਾ ਚਲੋ ਕੋਈ 2 ਮਰਲੇ ਜਗ੍ਹਾ ਲੈ ਕੇ ਆਪਣਾ ਸਿਰ ਲਕਾਵਾ ਆਪਣੇ ਬੱਚਿਆਂ ਦਾ ਬਣਾ ਲਾਂਗਾ ਨਾਲ। ਤੇ ਮੈਨੂੰ ਕੀ ਪਤਾ ਸੀ ਉਹਨੇ ਫੌਤ ਹੋ ਜਾਣਾ। ਮੈਨੂੰ ਜੀ ਪਤਾ ਹੁੰਦਾ ਉਹਨੇ ਫੌਤ ਹੋ ਜਾਣਾ, ਜਾਂ ਮੈਨੂੰ ਇਹ ਹੁੰਦਾ ਵੀ ਅੱਗੇ ਮਾੜਾ ਧੂੜਾ ਬੰਦਾ ਵੀ ਯਾਰ ਮੇਰੇ ਪੈਸੇ ਖਾ ਜਾਏਗਾ। ਮੇਰੇ ਜ਼ਿਹਨ 'ਚ ਤੇ ਆਈ ਹੀ ਨਹੀਂ। ਮੈਂ ਯਾਰ ਅਮੀਰ ਆਦਮੀ ਹੈ, ਸਹਿੰਦਾ ਆਦਮੀ ਹੈ। ਤੇ ਤੁਹਾਡੀ ਇਹਦੇ ਨਾਲ ਕਿਸ ਤਰ੍ਹਾਂ ਬਣੀ ਕਿ ਤੁਸੀਂ ਇਹਨੂੰ ਜ਼ਮੀਨ ਦਾ ਕਿਹਾ? ਕੋਈ ਹੋਰ ਵੀ ਇਹਦਾ ਕੋਈ ਕੰਮ ਵਗੈਰਾ ਹੈ ਸੀ ਕਿ ਇਹੀ ਸਿਰਫ ਪ੍ਰਾਪਰਟੀ ਦਾ ਕੰਮ ਕਰਦਾ ਸੀ ਥੋੜਾ ਬਹੁਤਾ, ਨਾਲ ਪੁਲਿਸ 'ਚ ਸੀ ਹੈਗਾ ਸੀ। ਤੇ ਮੈਂ ਕਿਹਾ ਸਲਾਮ ਦਾ ਅਕਸਰ ਹੋ ਜਾਂਦੀ। ਤੇ ਮੈਂ ਕਿਹਾ ਯਾਰ ਬੰਦਾ ਅੱਛੇ ਤਰੀਕੇ ਨਾਲ ਬੋਲਦਾ ਸੀ, ਮਿਲਦਾ ਸੀ। ਤੇ ਉਹਨੇ ਕਿਹਾ ਯਾਰ ਤੂੰ ਮਾੜਾ ਜੀ ਹੈ ਤੇ ਤੈਨੂੰ ਮੈਂ ਨਾ ਕੋਈ 2-2.5 ਮਰਲੇ ਜਗ੍ਹਾ ਦੇ ਦੇਣਾ, ਤੇ ਤੂੰ ਨਾ ਇੰਜ ਕਰ, ਤੂੰ ਮੈਨੂੰ ਨਾ ਪੈਸੇ ਇਕੱਠੇ ਕਰ ਕੇ ਦੇ ਥੋੜੇ ਬਹੁਤੇ ਜਿੰਨੇ ਹੁੰਦੇ ਨੇ। ਤੇ ਮੈਂ ਕਮੇਟੀਆਂ ਇਕੱਠੀਆਂ ਕੀਤੀਆਂ। ਮੈਂ ਚਲੋ ਯਾਰ ਮੇਰੀਆਂ ਬੱਚੀਆਂ ਦਾ ਸਿਰ ਲਕਾਵਾ ਬਣ ਜਾਏਗਾ, ਨਾਲ ਮੈਂ ਆਪਣਾ ਜ਼ੇਵਰ ਜਿਹੜਾ ਬੱਚੀਆਂ ਦਾ ਸੀ ਮੈਂ ਚਲੋ ਮੈਂ ਕਿਹਾ ਮਾੜੇ ਧੂੜੇ ਇਹਨਾਂ ਦੇ ਕਰਾਂਗੇ, ਨਾਲ ਕੋਈ ਇਹਨਾਂ ਧੀਆਂ ਦਾ ਸਿਰ ਲਕਾਵਾ ਬਣ ਜਾਏਗਾ, ਹੋਰ ਕੋਈ ਨਹੀਂ ਕਰਾਂਗੇ। ਤੇ ਕਿਉਂਕਿ ਸਹਿੰਦੇ ਘਰਾਂ ਦੇ ਕਰਨ ਉਹ ਮਾੜੇ ਲੋਕ ਅਸੀਂ, ਤੇ ਆਪਣਾ ਸਿਰ ਲਕਾਵਾ ਕਰਕੇ ਬਹਿ ਜਾਣਗੇ। ਮੈਨੂੰ ਹੁਣ ਕੀ ਪਤਾ ਸੀ ਇਹਨੇ ਫੌਤ ਹੋ ਜਾਣਾ। ਹੁਣ ਉੱਧਰ ਜਾਓ ਤੇ ਉਹ ਅੱਗੋਂ ਗਾਲਾਂ ਕੱਢਦੇ ਨੇ, ਧੱਕੇ ਮਾਰਦੇ ਨੇ। ਇਹਦੀ ਕਬਰ ਤੇ ਆ ਕੇ ਮੈਂ ਬਹਿ ਕੇ ਰੋਂਦਾ ਵੀ ਜੱਚੋ ਮੈਂ ਹੁਣ ਕੀ ਕਰਾਂ, ਮੈਂ ਕਿਹੜੇ ਪਾਸੇ। ਤੁਹਾਡੀ ਸੁਣ ਸਕਦਾ ਹੈ ਤੇ ਤੁਹਾਨੂੰ ਕੁਝ ਦੇ ਤੇ ਨਹੀਂ ਸਕਦਾ, ਹੁਣ ਕੀ ਕਰੇਗਾ? ਮੈਂ ਤੇ ਇੱਕ ਯਕੀਨ ਰੱਖਿਆ ਸੀ। ਮੈਂ ਕਿਹਾ ਵੀ ਯਾਰ ਕੋਈ ਨਹੀਂ ਯਾਰ, ਨਹੀਂ ਬੰਦਾ ਕਿਤੇ ਜਾਣਦੇ ਆ, ਬੰਦਾ ਰੋਜ਼ ਮਿਲਣ ਵਾਲਾ ਹੈ, ਸਲਾਮ ਤਾਂ ਅੱਛੀ ਹੁੰਦੀ ਹੈ, ਬੰਦੇ ਖੁਦਾ ਤਰਸ ਬੰਦਾ ਕੋਈ ਨਾ ਕੋਈ ਸੋਚੇਗਾ ਮੇਰੇ ਬਾਰੇ। ਤੇ ਜ਼ਿੰਦਗੀ ਤੇ ਮੌਤ ਦਾ ਤੇ ਮੈਨੂੰ ਵੀ ਨਹੀਂ ਨਾ ਪਤਾ ਵੀ ਕਿਹੜੇ ਟਾਈਮ ਮੌਤ ਆ ਜਾਣੀ। ਤੇ ਲੇਕਿਨ ਉਹਦੇ ਵਾਰਸਾਂ ਨੂੰ ਚਾਹੀਦਾ ਮੇਰੇ ਕੋਈ ਮਦਦ ਕਰਨ ਦੀ, ਜਾਂ ਮੇਰਾ ਕੋਈ ਹੱਲ ਕੱਢਣ ਕੋਈ ਨਾ ਕੋਈ। ਵੀ ਯਾਰ ਇੰਨੇ ਬੜੇ ਪੈਸੇ ਨੇ ਗਰੀਬ ਆਦਮੀ ਦੇ, ਪਤਾ ਨਹੀਂ ਕਿਸ ਤਰ੍ਹਾਂ ਜੋੜ ਕੇ ਦਿੱਤੇ ਨੇ। ਜ਼ੇਵਰ ਉਹਨੇ ਬੱਚਿਆਂ ਦੇ ਵੇਚ ਦਿੱਤੇ ਆਪਣਿਆਂ ਦੇ। ਤੇ ਹੁਣ ਉਹ ਕੀ ਕਰੇਗਾ ਵਿਚਾਰਾ? ਦਿਹਾੜੀਦਾਰ ਮੈਂ ਬੰਦਾ। ਤੇ ਮੈਂ ਜਗ੍ਹਾ ਥੋੜੇ ਪੈਸੇ ਜੋੜ ਕੇ ਇਕੱਠੇ ਕਰ। ਹਾਂਜੀ, ਮੈਂ ਬੱਚੀਆਂ ਦੇ ਪਤਾ ਕਿਦੋਂ ਦੇ ਇਕੱਠੇ ਕਰਨ ਦਿਆ, ਉਹਨਾਂ ਲਈ ਕਮੇਟੀਆਂ ਪਾ ਕੇ ਵੀ ਯਾਰ ਅੱਗੋਂ ਧੀਆਂ ਜਵਾਨ ਹੁੰਦੀਆਂ ਨੇ, ਉਹਨਾਂ ਦੇ ਕਿਤੇ ਸਿਰ ਲਕਾਵੇ ਵੀ ਕਰਨੇ ਨੇ।
पैसे दे देते हैं अपने दोस्तों को, और उनको आजकल जो फ्रॉड चल रहा है ज़मीनों का कि मैं तुम्हें ज़मीन दे दूंगा, तुम मुझे पैसे दो, और बेचारे इस तरह के लोग इसी इतबार में फंस जाते हैं। इनके साथ भी बेचारों के साथ इसी तरह ही हुआ है, और आज ये परेशानी के आलम में इसकी कब्र पे आके बैठे हुए हैं और रो रहे हैं दारों की तार के, यार मेरे पैसे किधर, कौन देगा मुझे, कौन देगा पैसे मुझे, मेरी बेटियां हैं दो, उनकी मैंने शादी करनी है। तो अब बताएं कि इतनी बड़ी रकम जो है, ये तो मर गया, लेकिन इसके लोहाकीन जो हैं वो इनको धक्के मार के अपने घर से बाहर निकालते हैं, गली में आने नहीं देते। तो बेचारा ये अब कहाँ जाए। वीडियो को ज़्यादा से ज़्यादा शेयर कीजिएगा ताकि उन लोगों तक जाए जो उनके जहन बने हुए हैं कि हम बाकी लोगों को पैसे देंगे और हमें ज़मीन मिलेगी, ताकि उनको भी शऊर आ जाए और उनके साथ भी जो गरीब आदमी जिस तरह इनके साथ फ्रॉड हुआ है और लोगों के साथ फ्रॉड ना हो। इससे अपने मेज़बान को इजाज़त दीजिए। अल्लाह हाफिज़।